ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਨੇ ਯਾਤਰਾ ਬਾਰੇ ਲਿਆ ਫੈਸਲਾ, ਚੁੱਪ-ਚਪੀਤੇ ਹਟਾਈ ਟਰੈਵਲ ਐਡਵਾਈਜ਼ਰੀ। ਪ੍ਰਭਜੋਤ ਦੇ ਕਤਲ ਮਾਮਲੇ ਦੀ ਜਾਣਕਾਰੀ ਇੱਕ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ। ਅਮਨਜੋਤ ਬੈਂਸ ਮਾਮਲੇ ਦੀ ਜਾਣਕਾਰੀ 2 ਜਾਣਿਆਂ ਨੂੰ ਕੀਤਾ ਗਿਆ ਗ੍ਰਿਫਤਾਰ। ਕੰਜ਼ਰਵੇਟਿਵ ਦੇ ਕਈ ਮੈਂਬਰ ਪਾਰਲੀਮੈਂਟ ਹਨ ਬਿਨਾਂ ਟੀਕੇ ਦੇ, ਸੂਤਰਾਂ ਦੇ ਹਵਾਲੇ ਤੋਂ ਆਈ ਜਾਣਕਾਰੀ। ਪਿਆਜ਼ ਵਾਪਸ ਮੰਗਵਾਉਣ ਦਾ ਹੁਕਮ, ਪਿਆਜ਼ਾਂ ਦੇ ਵਿੱਚ ਮਿਲਿਆ ਬੈਕਟੀਰੀਆ। ਕੈਨੇਡਾ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ। ਇਨ੍ਹਾਂ ਪਾਬੰਦੀਆਂ ਤੋਂ ਕੈਨੇਡਾ ਸਰਕਾਰ ਵੱਲੋਂ ਹੌਲੀ-ਹੌਲੀ ਢਿੱਲ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸਰਕਾਰ ਵੱਲੋਂ ਜੋ ਗੈਰ ਜ਼ਰੂਰੀ ਯਾਤਰਾ ਦੇ ਨਾਲ ਜੁੜੀ ਹੋਈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ, ਉਹ ਵੀ ਹੁਣ ਹਟਾ ਦਿੱਤੀ ਗਈ ਹੈ। ਕੈਨੇਡਾ ਵੱਲੋਂ ਕੋਰੋਨਾ ਵਾਇਰਸ ਦੇ ਕਾਰਨ ਜੋ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ ਸਨ, ਇਨ੍ਹਾਂ ਪਾਬੰਦੀਆਂ ਤੋਂ ਕੈਨੇਡਾ ਸਰਕਾਰ ਵੱਲੋਂ ਰਾਹਤ ਦਿੱਤੀ ਜਾ ਰਹੀ ਹੈ। ਹਾਲ ਹੀ ਦੇ ਵਿੱਚ ਜੋ ਇਸ ਬਾਰੇ ਜਾਣਕਾਰੀ ਸਾਹਮਣੇ ਆਈ, ਉਸ ਦੇ ਮੁਤਾਬਕ ਕੈਨੇਡਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਕਾਰਨ ਜੋ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ, ਉਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਜੀ ਹਾਂ, ਮਾਰਚ 2020 ਤੋਂ ਹੀ ਕੈਨੇਡਾ ਵੱਲੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਨਾਨ ਅਸੈਂਸ਼ੀਅਲ ਟਰੈਵਲ ਦੇ ਨਾਲ ਜੁੜੀ ਹੋਈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਪਰ ਹੁਣ ਸਰਕਾਰ ਵੱਲੋਂ ਚੁੱਪ-ਚਪੀਤੇ ਇਸ ਟਰੈਵਲ ਐਡਵਾਈਜ਼ਰੀ ਨੂੰ ਮੁਕੰਮਲ ਤੌਰ ਦੇ ਉੱਪਰ ਹਟਾ ਦਿੱਤਾ ਗਿਆ। ਪਹਿਲਾਂ ਸਰਕਾਰ ਵੱਲੋਂ ਇਹ ਸਲਾਹ ਦਿੱਤੀ ਜਾ ਰਹੀ ਸੀ ਕਿ ਚਾਹੇ ਕਿਸੇ ਦੇ ਵੈਕਸੀਨ ਲੱਗੀ ਹੋਵੇ ਜਾਂ ਫਿਰ ਨਾ, ਉਸ ਨੂੰ ਨਾਨ ਅਸੈਂਸ਼ੀਅਲ ਟਰੈਵਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪਰ ਹੁਣ ਇਸ ਨੂੰ ਹਟਾ ਦਿੱਤਾ ਗਿਆ ਹੈ। ਜੋ ਸਰਕਾਰ ਵੱਲੋਂ ਨਵੀਂ ਟਰੈਵਲ ਸੰਬੰਧੀ ਅਪਡੇਟ ਜਾਰੀ ਕੀਤੀ ਗਈ ਹੈ, ਇਸ ਦੇ ਮੁਤਾਬਕ ਯਾਤਰੀਆਂ ਦੇ ਵਾਸਤੇ ਜ਼ਰੂਰੀ ਹੈ ਕਿ ਉਹ ਸਫ਼ਰ ਤੋਂ ਪਹਿਲਾਂ ਫੁੱਲੀ ਵੈਕਸੀਨੇਟਡ ਹੋਣ। ਮੌਜੂਦਾ ਸਮੇਂ ਕੈਨੇਡਾ ਵੱਲੋਂ ਅਜੇ ਕਰੂਜ਼ ਦੇ ਨਾਲ ਸੰਬੰਧਿਤ ਟਰੈਵਲ ਐਡਵਾਈਜ਼ਰੀ ਨਹੀਂ ਹਟਾਈ ਗਈ। ਜਿਨ੍ਹਾਂ ਯਾਤਰੀਆਂ ਦੇ ਅਜੇ ਤੱਕ ਕੋਵਿਡ-19 ਵੈਕਸੀਨ ਨਹੀਂ ਲੱਗੀ, ਉਨ੍ਹਾਂ ਨੂੰ ਨਾਨ ਅਸੈਂਸ਼ੀਅਲ ਟਰੈਵਲ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਬਾਰੇ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਇੱਕ ਬਿਆਨ ਸਾਹਮਣੇ ਆਇਆ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਯਾਤਰਾ ਕਰਨ ਤੋਂ ਪਹਿਲਾਂ ਯਾਤਰੀਆਂ ਦਾ ਜ਼ਰੂਰੀ ਹੈ ਕਿ ਉਹ ਫੁੱਲੀ ਵੈਕਸੀਨੇਟਡ ਹੋਣ। ਇਨ੍ਹਾਂ ਯਾਤਰੀਆਂ ਦੇ ਵਾਸਤੇ ਜ਼ਰੂਰੀ ਹੈ ਕਿ ਉਹ ਪਬਲਿਕ ਹੈਲਥ ਮੈਸ਼ਰਸ ਦੀ ਪਾਲਣਾ ਕਰਨ। ਇਸ ਦੇ ਨਾਲ ਹੀ ਮਾਸਕ ਪਾਉਣ ਦੇ ਉੱਪਰ ਵੀ ਜ਼ੋਰ ਦਿੱਤਾ ਗਿਆ ਹੈ। ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣ ਦੇ ਵਾਸਤੇ ਵੀ ਕਿਹਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਯਾਤਰੀਆਂ ਦੇ ਵਾਸਤੇ ਵੈਕਸੀਨੇਸ਼ਨ ਪਾਸਪੋਰਟ ਸਿਸਟਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਬਾਕੀ ਦੇਸ਼ਾਂ ਦੇ ਵੱਲੋਂ ਵੀ ਇਸ ਵੈਕਸੀਨ ਪਾਸਪੋਰਟ ਨੂੰ ਮਾਨਤਾ ਦਿੱਤੀ ਜਾਵੇਗੀ। ਜਸਟਿਨ ਟਰੂਡੋ ਵੱਲੋਂ ਚੋਣ ਪ੍ਰਚਾਰ ਦੌਰਾਨ ਹੀ ਇਸ ਗੱਲ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਸੀ ਕਿ ਜੇਕਰ ਕੈਨੇਡਾ ਦੇ ਵਿੱਚ ਉਹਨਾਂ ਦੀ ਮੁੜ ਤੋਂ ਸਰਕਾਰ ਬਣਦੀ ਹੈ ਤਾਂ ਉਹਨਾਂ ਵੱਲੋਂ ਸੁਰੱਖਿਅਤ ਯਾਤਰਾ ਦੇ ਸੰਬੰਧੀ ਕੁਝ ਖਾਸ ਕਦਮ ਚੁੱਕੇ ਜਾਣਗੇ, ਜਿਸ ਦੇ ਵਿੱਚ ਵੈਕਸੀਨੇਸ਼ਨ ਪਾਸਪੋਰਟ ਸਿਸਟਮ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਤੇ ਹੁਣ ਸਰਕਾਰ ਵੱਲੋਂ ਇਹ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਉਹਨਾਂ ਵੱਲੋਂ ਕੈਨੇਡਾ ਦੇ ਵਿੱਚ ਜੋ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੋਈ ਸੀ, ਇਸ ਨੂੰ ਹਟਾਇਆ ਜਾ ਰਿਹਾ ਹੈ। ਸਤੰਬਰ ਮਹੀਨੇ ਦੌਰਾਨ ਨੋਵਾ ਸਕੋਸ਼ੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਨੌਜਵਾਨ ਦਾ ਨਾਮ ਪ੍ਰਭਜੋਤ ਸਿੰਘ ਸੀ, ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੀ ਅਪਡੇਟ ਸਾਂਝੀ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਇੱਕ ਸਸਪੈਕਟ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਦੇ ਉੱਪਰ ਇਸ ਸੰਬੰਧੀ ਚਾਰਜ ਲਗਾਏ ਗਏ ਹਨ। ਸਤੰਬਰ ਮਹੀਨੇ ਦੌਰਾਨ ਕੈਨੇਡਾ ਤੋਂ ਇੱਕ ਪੰਜਾਬੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇਸ ਮਾਮਲੇ ਸੰਬੰਧੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ, ਜਿਸ ਦੇ ਮੁਤਾਬਕ ਇਸ ਸੰਬੰਧੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ ਸਤੰਬਰ ਮਹੀਨੇ ਦੀ 5 ਤਾਰੀਖ ਨੂੰ ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਪੰਜਾਬੀ ਨੌਜਵਾਨ ਦਾ ਨਾਮ ਪ੍ਰਭਜੋਤ ਸਿੰਘ ਹੈ। ਹੁਣ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਸੰਬੰਧੀ ਇੱਕ ਵਿਅਕਤੀ ਦੇ ਉੱਪਰ ਚਾਰਜ ਲਗਾਏ ਗਏ ਨੇ। ਜਾਣਕਾਰੀ ਦੇ ਮੁਤਾਬਕ ਨੋਵਾ ਸਕੋਸ਼ੀਆ ਦੇ ਨਾਲ ਸੰਬੰਧਿਤ ਇੱਕ ਮੈਕਡੋਨਲਡ ਨਾਮ ਦੇ ਵਿਅਕਤੀ ਦੇ ਉੱਪਰ ਇਸ ਮਾਮਲੇ ਸੰਬੰਧੀ ਚਾਰਜ ਲਗਾਏ ਗਏ। ਮੈਕਡੋਨਲਡ ਦੀ ਉਮਰ 21 ਸਾਲ ਦੇ ਕਰੀਬ ਦੱਸੀ ਗਈ ਹੈ। ਇਸ ਵਿਅਕਤੀ ਉੱਪਰ ਇਲਜ਼ਾਮ ਹੈ ਕਿ ਉਸ ਵੱਲੋਂ ਕਾਤਲ ਦੀ ਫਰਾਰ ਹੋਣ ਦੇ ਵਿੱਚ ਮਦਦ ਕੀਤੀ ਗਈ। ਇਸ ਦੇ ਉੱਪਰ ਪੁਲਿਸ ਦੇ ਕਹਿਣ ਦੇ ਉੱਪਰ ਗੱਡੀ ਨਾ ਰੋਕਣ, ਪੁਲਿਸ ਨਾਲ ਝਗੜਾ ਕਰਨ ਅਤੇ ਖਤਰਨਾਕ ਡਰਾਈਵਿੰਗ ਦੇ ਸੰਬੰਧ ਦੇ ਵਿੱਚ ਵੀ ਚਾਰਜ ਲਗਾਏ ਗਏ ਹਨ। ਹੁਣ ਇਸ ਵਿਅਕਤੀ ਨੂੰ ਪੁਲਿਸ ਰਿਮਾਂਡ ਦੇ ਉੱਪਰ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹਨਾਂ ਵੱਲੋਂ ਪ੍ਰਭਜੋਤ ਸਿੰਘ ਦੇ ਕਤਲ ਦੇ ਮਾਮਲੇ ਦੇ ਵਿੱਚ ਇੱਕ ਸਸਪੈਕਟ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਜਿਸ ਸਸਪੈਕਟ ਨੂੰ ਗ੍ਰਿਫਤਾਰ ਕੀਤਾ ਗਿਆ, ਫਿਲਹਾਲ ਇਸ ਦੇ ਉੱਪਰ ਕੋਈ ਵੀ ਚਾਰਜ ਨਹੀਂ ਲਗਾਏ ਗਏ। ਇਸ ਵਿਅਕਤੀ ਦਾ ਨਾਮ ਵੀ ਪੁਲਿਸ ਵੱਲੋਂ ਜਨਤਕ ਨਹੀਂ ਕੀਤਾ ਗਿਆ। ਪੁਲਿਸ ਵੱਲੋਂ ਸਿਰਫ ਇਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਗ੍ਰਿਫਤਾਰ ਕੀਤਾ ਵਿਅਕਤੀ 20 ਸਾਲ ਦੇ ਕਰੀਬ ਦਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਉਹਨਾਂ ਵੱਲੋਂ ਬਾਕੀ ਦੀ ਇਨਫੋਰਮੇਸ਼ਨ ਸਾਂਝੀ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ 5 ਸਤੰਬਰ ਨੂੰ ਨੋਵਾ ਸਕੋਸ਼ੀਆ ਤੋਂ ਜੋ ਇਹ ਪ੍ਰਭਜੋਤ ਸਿੰਘ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ, ਇਸ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਸੀ। ਕੈਨੇਡਾ ਦੇ ਕਈ ਥਾਵਾਂ ਦੇ ਉੱਪਰ ਵੀ ਪ੍ਰਭਜੋਤ ਸਿੰਘ ਦੇ ਵਾਸਤੇ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਤੇ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਹੁਣ ਪ੍ਰਭਜੋਤ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਬ੍ਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਨੌਜਵਾਨ ਦਾ ਨਾਮ ਅਮਨਜੋਤ ਬੈਂਸ ਸੀ। ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਇਸ ਘਟਨਾ ਸੰਬੰਧੀ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹੜੇ 2 ਜਾਣੇ ਗ੍ਰਿਫਤਾਰ ਕੀਤੇ ਗਏ ਹਨ, ਉਹਨਾਂ ਵਿੱਚ ਵੀ ਇੱਕ ਪੰਜਾਬੀ ਸ਼ਾਮਲ ਹੈ। ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਬਾਰੇ ਹੁਣ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਦਰਅਸਲ 12 ਅਕਤੂਬਰ ਨੂੰ ਅਮਨਜੋਤ ਸਿੰਘ ਬੈਂਸ ਨਾਮ ਦੇ ਇੱਕ ਵਿਅਕਤੀ ਦਾ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਇਸ ਸੰਬੰਧੀ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਟਨਾ ਦੇ ਬਾਰੇ ਪੀਲ ਰੀਜਨਲ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਅਮਨਜੋਤ ਬੈਂਸ ਦੇ ਕਤਲ ਦੇ ਮਾਮਲੇ ਸੰਬੰਧੀ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਇੱਕ 22 ਸਾਲਾ ਵਿਅਕਤੀ ਨੂੰ ਇਸ ਮਾਮਲੇ ਸੰਬੰਧੀ ਚਾਰਜ ਕੀਤਾ ਗਿਆ, ਜਿਸ ਦਾ ਨਾਮ ਜ਼ਕਾਰੀ ਓਗੋਰਨ ਦੱਸਿਆ ਗਿਆ ਹੈ। ਇੰਨਾ ਹੀ ਨਹੀਂ, ਪੁਲਿਸ ਵੱਲੋਂ ਇਸ ਸੰਬੰਧੀ ਇੱਕ ਪੰਜਾਬੀ ਦੇ ਉੱਪਰ ਵੀ ਚਾਰਜ ਲਗਾਏ ਗਏ ਹਨ। ਜਿਸ ਪੰਜਾਬੀ ਵਿਅਕਤੀ ਦੇ ਉੱਪਰ ਇਸ ਮਾਮਲੇ ਸੰਬੰਧੀ ਚਾਰਜ ਲਗਾਏ ਗਏ, ਉਸ ਦੀ ਉਮਰ 29 ਸਾਲ ਹੈ ਤੇ ਨਾਮ ਗੁਰਪ੍ਰੀਤ ਸਿੰਘ ਦੱਸਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਵੱਲੋਂ ਅਮਨਜੋਤ ਬੈਂਸ ਦੇ ਕਤਲ ਦੇ ਵਿੱਚ ਮਦਦ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਇਹ ਦੋਨੋਂ ਵਿਅਕਤੀ ਬ੍ਰੈਂਪਟਨ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਬ੍ਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਪਲਾਜ਼ਾ ਦੇ ਵਿੱਚ ਗੋਲੀਬਾਰੀ ਹੋਈ। ਜਦੋਂ ਐਮਰਜੈਂਸੀ ਕ੍ਰਿਊ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਗੋਲੀ ਲੱਗਣ ਦੇ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਸੀ। ਇਸ ਵਿਅਕਤੀ ਨੂੰ ਟਰਾਮਾ ਸੈਂਟਰ ਦੇ ਵਿੱਚ ਲੈ ਕੇ ਜਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ। ਪੀੜਤ ਦੀ ਪਹਿਚਾਣ ਅਮਨਜੋਤ ਬੈਂਸ ਦੇ ਤੌਰ ਦੇ ਉੱਪਰ ਦੱਸੀ ਗਈ ਸੀ। ਹੁਣ ਪੁਲਿਸ ਵੱਲੋਂ ਇਸ ਸੰਬੰਧੀ ਅਪੀਲ ਕਰਦਿਆਂ ਕਿਹਾ ਗਿਆ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਹੋਰ ਵਧੇਰੇ ਜਾਣਕਾਰੀ ਹੋਵੇ ਜਾਂ ਕਿਸੇ ਕੋਲ ਕੋਈ ਡੈਸ਼ ਕੈਮ ਵੀਡੀਓ ਹੋਵੇ ਤਾਂ ਪੁਲਿਸ ਦੇ ਨਾਲ ਜ਼ਰੂਰ ਸੰਪਰਕ ਕਰਨ ਤਾਂ ਕਿ ਇਸ ਮਾਮਲੇ ਦੀ ਡੂੰਘਾਈ ਦੇ ਵਿੱਚ ਉਹ ਹੋਰ ਜਾ ਸਕਣ। 22 ਨਵੰਬਰ ਤੋਂ ਪਾਰਲੀਮੈਂਟ ਦੀ ਮੁੜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ। ਅਜਿਹੇ ਵਿੱਚ ਪਾਰਲੀਮੈਂਟ ਅੰਦਰ ਸ਼ਾਮਲ ਹੋਣ ਵਾਲੇ ਐਮਪੀਜ਼ ਦੇ ਲਈ ਵੀ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕਰਨ ਦਾ ਐਲਾਨ ਕੀਤਾ ਗਿਆ। ਹੁਣ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਕਈ ਅਜਿਹੇ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਨਹੀਂ ਲਗਵਾਈ ਗਈ। 22 ਨਵੰਬਰ ਤੋਂ ਪਾਰਲੀਮੈਂਟ ਦੀ ਮੁੜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ। ਅਜਿਹੇ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਕੁਝ ਅਜਿਹੇ ਐਮਪੀਜ਼ ਨੇ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਨਹੀਂ ਲਗਵਾਈ ਗਈ। ਜੀ ਹਾਂ, ਸੋਰਸਿਸ ਤੋਂ ਇਹ ਪਤਾ ਚੱਲ ਰਿਹਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਕਈ ਅਜਿਹੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਇਸ ਸਮੇਂ ਅਨਵੈਕਸੀਨੇਟਡ ਹਨ। ਫਿਲਹਾਲ ਇਸ ਬਾਰੇ ਇਹ ਤਾਂ ਸਪਸ਼ਟ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆ ਸਕੀ ਕਿ ਕੰਜ਼ਰਵੇਟਿਵ ਪਾਰਟੀ ਦੇ ਕਿੰਨੇ ਐਮਪੀਜ਼ ਦੇ ਵੱਲੋਂ ਅਜੇ ਤੱਕ ਕੋਰੋਨਾ ਵੈਕਸੀਨ ਹਾਸਲ ਨਹੀਂ ਕੀਤੀ ਗਈ। ਇੱਥੇ ਦੱਸਣਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ ਲਿਬਰਲਸ ਅਤੇ ਐਨਡੀਪੀ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਵਾਸਤੇ ਕੋਵਿਡ-19 ਵੈਕਸੀਨ ਨੂੰ ਜ਼ਰੂਰੀ ਕੀਤਾ ਗਿਆ ਸੀ, ਪਰ ਕੰਜ਼ਰਵੇਟਿਵ ਪਾਰਟੀ ਵੱਲੋਂ ਅਜਿਹਾ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਲਗਾਤਾਰ ਬਾਕੀ ਲੀਡਰਸ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੂੰ ਇਸ ਮੁੱਦੇ ਦੇ ਉੱਪਰ ਘੇਰਦੇ ਹੋਏ ਦਿਖਾਈ ਦਿੱਤੇ ਕਿ ਉਹਨਾਂ ਵੱਲੋਂ ਆਪਣੇ ਮੈਂਬਰ ਪਾਰਲੀਮੈਂਟਸ ਜਾਂ ਫਿਰ ਕੈਂਡੀਡੇਟਸ ਦੇ ਲਈ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਨਹੀਂ ਕੀਤਾ ਜਾ ਰਿਹਾ। ਇੱਥੇ ਦੱਸਣਯੋਗ ਹੈ ਕਿ 22 ਨਵੰਬਰ ਤੋਂ ਪਾਰਲੀਮੈਂਟ ਦੀ ਮੁੜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਕਿ ਪਾਰਲੀਮੈਂਟ ਦੇ ਵਿੱਚ ਹਿੱਸਾ ਲੈਣ ਵਾਲੇ ਮੈਂਬਰ ਪਾਰਲੀਮੈਂਟ ਦੇ ਵਾਸਤੇ ਜ਼ਰੂਰੀ ਹੋਵੇਗਾ ਕਿ ਉਹ ਫੁੱਲੀ ਵੈਕਸੀਨੇਟਡ ਹੋਣ। ਪਾਰਲੀਮੈਂਟ ਦੇ ਅੰਦਰ ਮਾਸਕ ਪਾਉਣਾ ਵੀ ਜ਼ਰੂਰੀ ਕੀਤਾ ਗਿਆ। ਇਸ ਦਾ ਵਿਰੋਧ ਵੀ ਕੰਜ਼ਰਵੇਟਿਵ ਪਾਰਟੀ ਵੱਲੋਂ ਕੀਤਾ ਗਿਆ ਸੀ। ਹੁਣ ਸੋਰਸਿਸ ਤੋਂ ਇਹ ਪਤਾ ਚੱਲ ਰਿਹਾ ਹੈ ਕਿ ਕਈ ਅਜਿਹੇ ਐਮਪੀਜ਼ ਹਨ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਨਹੀਂ ਲਗਵਾਈ ਗਈ। ਕੈਨੇਡਾ ਦੇ 2 ਸੂਬਿਆਂ ਤੋਂ ਪਿਆਜ਼ ਵਾਪਸ ਮੰਗਵਾਉਣ ਦੇ ਆਦੇਸ਼ ਜਾਰੀ ਕੀਤੇ ਗਏ। ਦਰਅਸਲ ਅਮਰੀਕਾ ਤੋਂ ਅਜਿਹੇ ਮਾਮਲੇ ਸਾਹਮਣੇ ਆਏ ਜਿੱਥੇ ਪਿਆਜ਼ ਦੇ ਕਾਰਨ ਕਈ ਜਾਣੇ ਬਿਮਾਰ ਹੋਏ। ਇਸ ਦਾ ਕਾਰਨ ਪਿਆਜ਼ ਦੇ ਵਿੱਚ ਜੋ ਇੱਕ ਖਾਸ ਬੈਕਟੀਰੀਆ ਪਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਹੁਣ ਕੈਨੇਡਾ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ 2 ਸੂਬਿਆਂ ਤੋਂ ਪਿਆਜ਼ ਵਾਪਸ ਮੰਗਵਾਏ ਜਾ ਰਹੇ ਨੇ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੇ ਵੱਲੋਂ ਕਈ ਪਿਆਜ਼ ਵਾਪਸ ਬੁਲਾਏ ਗਏ ਹਨ। ਉਹਨਾਂ ਵੱਲੋਂ ਇੱਕ ਬੈਕਟੀਰੀਆ ਦੇ ਚੱਲਦਿਆਂ ਪ੍ਰੋਵਿੰਸਸ ਤੋਂ ਪਿਆਜ਼ ਨੂੰ ਰੀਕਾਲ ਕੀਤਾ ਗਿਆ ਹੈ। ਦਰਅਸਲ ਹਾਲ ਹੀ ਦੇ ਵਿੱਚ ਯੂਐਸ ਹੈਲਥ ਆਫੀਸ਼ੀਅਲਸ ਦੇ ਵੱਲੋਂ ਚਿੱਟੇ ਅਤੇ ਪੀਲੇ ਪਿਆਜ਼ਾਂ ਦੇ ਨਾਲ ਸੰਬੰਧਿਤ ਇੱਕ ਬੈਕਟੀਰੀਆ ਦੀ ਪੁਸ਼ਟੀ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੇ ਵੱਲੋਂ ਪਿਆਜ਼ਾਂ ਨੂੰ ਰੀਕਾਲ ਕਰਨ ਦੇ ਆਰਡਰ ਦਿੱਤੇ ਹਨ। ਯੂਐਸ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ ਪਿਆਜ਼ਾਂ ਦੇ ਵਿੱਚ ਇਹ ਜੋ ਬੈਕਟੀਰੀਆ ਪਾਇਆ ਜਾਂਦਾ ਹੈ, ਇਸ ਦੇ ਕਾਰਨ 37 ਸੂਬਿਆਂ ਦੇ ਵਿੱਚ 650 ਤੋਂ ਵੱਧ ਲੋਕ ਬਿਮਾਰ ਹੋ ਚੁੱਕੇ ਨੇ।
ਫਿਲਹਾਲ ਇਸ ਤਰ੍ਹਾਂ ਦੀ ਕੈਨੇਡਾ ਤੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਪਿਆਜ਼ਾਂ ਦੇ ਕਾਰਨ ਕੋਈ ਬਿਮਾਰ ਹੋਇਆ ਹੋਵੇ। ਹਾਲ ਹੀ ਦੇ ਵਿੱਚ CDC ਵੱਲੋਂ ਇਹ ਪੁਸ਼ਟੀ ਕੀਤੀ ਗਈ ਕਿ ਪਿਆਜ਼ਾਂ ਦੇ ਵਿੱਚ ਪਾਏ ਜਾਣ ਵਾਲੇ ਇਸ ਬੈਕਟੀਰੀਆ ਦੇ ਕਾਰਨ 129 ਲੋਕ ਹਸਪਤਾਲ ਦੇ ਵਿੱਚ ਦਾਖਲ ਕਰਵਾਏ ਗਏ ਨੇ, ਪਰ ਇਸ ਦੇ ਕਾਰਨ ਰਾਹਤ ਦੀ ਖਬਰ ਇਹ ਹੈ ਕਿ ਕਿਸੇ ਦੀ ਵੀ ਮੌਤ ਨਹੀਂ ਹੋਈ। ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੇ ਸਭ ਤੋਂ ਵੱਧ ਮਾਮਲੇ ਟੈਕਸਸ ਤੋਂ ਸਾਹਮਣੇ ਆ ਰਹੇ ਹਨ। ਹੁਣ ਇਸ ਸਭ ਤੋਂ ਬਾਅਦ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦੇ ਵੱਲੋਂ ਓਨਟਾਰੀਓ ਤੇ ਕਿਊਬੈਕ ਤੋਂ ਪਿਆਜ਼ ਰਿਕਾਲ ਕਰਨ ਦੇ ਆਰਡਰ ਦਿੱਤੇ ਗਏ ਨੇ। ਏਜੰਸੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹਨਾਂ ਦੀ ਜਾਂਚ ਕੀਤੀ ਜਾਵੇਗੀ। ਓਨਟਾਰੀਓ ਸਰਕਾਰ ਵੱਲੋਂ ਅੱਜ ਪਾਬੰਦੀਆਂ ਹਟਾਉਣ ਬਾਰੇ ਤਾਜ਼ਾ ਐਲਾਨ ਕੀਤਾ ਗਿਆ, ਜਿਸ ਦੀ ਜਾਣਕਾਰੀ ਪ੍ਰੀਮੀਅਰ ਡਗ ਫੂਡ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਪ੍ਰੋਵਿੰਸ ਦੇ ਵਿੱਚ ਹੁਣ ਕਦੋਂ ਅਤੇ ਕਿਸ ਤਰ੍ਹਾਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਨੇ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਰਚ 2022 ਤੋਂ ਜੋ ਇੰਡੋਰ ਥਾਵਾਂ ਦੇ ਉੱਪਰ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ, ਇਸ ਨੂੰ ਵੀ ਹਟਾ ਦਿੱਤਾ ਜਾਵੇਗਾ। ਓਨਟਾਰੀਓ ਵੱਲੋਂ ਅੱਜ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ ਪਾਬੰਦੀਆਂ ਹਟਾਉਣ ਬਾਰੇ ਐਲਾਨ ਕੀਤਾ ਗਿਆ। ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡਗ ਫੂਡ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜੋ ਕੋਰੋਨਾ ਕਾਰਨ ਸੂਬੇ ਦੇ ਵਿੱਚ ਪਾਬੰਦੀਆਂ ਲਗਾਈਆਂ ਗਈਆਂ, ਉਸ ਦੇ ਵਿੱਚ ਹੋਰ ਵੀ ਰਾਹਤ ਦਿੱਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਮਾਰਚ 2022 ਤੋਂ ਪ੍ਰੋਵਿੰਸ ਦੇ ਵਿੱਚ ਇੰਡੋਰ ਥਾਵਾਂ ਦੇ ਉੱਪਰ ਮਾਸਕ ਪਾਉਣ ਨੂੰ ਵੀ ਹਟਾ ਦਿੱਤਾ ਜਾਵੇਗਾ। ਇਹ ਫੈਸਲਾ ਉਹਨਾਂ ਵੱਲੋਂ ਓਨਟਾਰੀਓ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਜੋ ਹਾਲਾਤ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ। ਪ੍ਰੋਵਿੰਸ ਵੱਲੋਂ ਜੋ ਹੁਣ ਯੋਜਨਾ ਸਾਂਝੀ ਕੀਤੀ ਗਈ, ਉਸ ਦੇ ਮੁਤਾਬਕ 25 ਅਕਤੂਬਰ ਤੋਂ ਰੈਸਟੋਰੈਂਟ, ਜਿਮ, ਇਹਨਾਂ ਥਾਵਾਂ ਦੇ ਉੱਪਰ ਵੈਕਸੀਨ ਦਾ ਸਬੂਤ ਦਿਖਾਉਣਾ ਜ਼ਰੂਰੀ ਹੋਵੇਗਾ। ਇਹਨਾਂ ਥਾਵਾਂ ਦੇ ਉੱਪਰ ਜੋ ਪਹਿਲਾਂ ਕੈਪੈਸਿਟੀ ਲਿਮਿਟ ਲਗਾਈ ਗਈ ਸੀ, ਉਸ ਨੂੰ ਹਟਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬਾਰਬਰ ਸ਼ਾਪ, ਸੈਲੂਨ ਤੋਂ ਵੀ ਕੈਪੈਸਿਟੀ ਲਿਮਿਟ ਨੂੰ ਹਟਾਇਆ ਜਾ ਰਿਹਾ ਹੈ। 15 ਨਵੰਬਰ ਤੋਂ ਪ੍ਰੋਵਿੰਸ ਦੇ ਵਿੱਚ ਜੋ ਹਾਈ ਰਿਸਕ ਥਾਵਾਂ ਨੇ, ਉੱਥੇ ਵੈਕਸੀਨ ਦਾ ਸਬੂਤ ਦਿਖਾਉਣਾ ਜ਼ਰੂਰੀ ਹੋਵੇਗਾ। ਇਹਨਾਂ ਥਾਵਾਂ ਤੋਂ ਵੀ ਕੈਪੈਸਿਟੀ ਲਿਮਿਟ ਨੂੰ ਹਟਾਇਆ ਜਾਵੇਗਾ। ਇਹਨਾਂ ਥਾਵਾਂ ਦੇ ਵਿੱਚ ਨਾਈਟ ਕਲੱਬ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦੇ ਵਿੱਚ ਵਿਆਹ ਸਮਾਗਮ ਅਤੇ ਰਿਸੈਪਸ਼ਨ ਵਾਲੀਆਂ ਥਾਵਾਂ ਤੇ ਜੋ ਗੈਦਰਿੰਗ ਦੇ ਬਾਰੇ ਪਾਬੰਦੀ ਲਗਾਈ ਗਈ ਸੀ, ਉਸ ਨੂੰ ਵੀ ਹੁਣ ਹਟਾਇਆ ਜਾਵੇਗਾ। 17 ਜਨਵਰੀ ਤੋਂ ਰੈਸਟੋਰੈਂਟ, ਬਾਰ, ਸਪੋਰਟਸ ਵਾਲੀਆਂ ਥਾਵਾਂ ਦੇ ਉੱਪਰ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੋਵੇਗਾ ਤੇ ਇੱਥੇ ਵੀ 17 ਜਨਵਰੀ ਤੋਂ ਕੋਈ ਕੈਪੈਸਿਟੀ ਲਿਮਿਟ ਨਹੀਂ ਹੋਵੇਗੀ। 28 ਮਾਰਚ ਤੋਂ ਇੰਡੋਰ ਸਪੇਸਿਸ ਦੇ ਵਿੱਚ ਵੀ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਓਨਟਾਰੀਓ ਦੇ ਵਿੱਚ ਵੱਧ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕੀਤੀ ਗਈ ਹੈ। ਓਨਟਾਰੀਓ ਦੇ ਵਿੱਚ 87.7% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਅਤੇ 83.6% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਸ਼ਾਟਸ ਲਗਵਾਏ ਜਾ ਚੁੱਕੇ ਨੇ। ਮੈਨੀਟੋਬਾ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ। ਮੈਨੀਟੋਬਾ ਵੱਲੋਂ ਇਹ ਡਰਾਅ ਅਕਤੂਬਰ 21 ਨੂੰ ਕੱਢਿਆ ਗਿਆ, ਜਿਸ ਦੇ ਤਹਿਤ 400 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ। ਮੈਨੀਟੋਬਾ ਵੱਲੋਂ ਕਿਸ ਕੈਟਾਗਰੀ ਦੇ ਵਿੱਚ ਕਿੰਨੇ ਸੱਦੇ ਜਾਰੀ ਕੀਤੇ ਗਏ, ਦੱਸਾਂਗੇ ਇਸ ਖਬਰ ਦੇ ਵਿੱਚ। ਮੈਨੀਟੋਬਾ ਵੱਲੋਂ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਪ੍ਰੋਵਿੰਸ ਦੇ ਵੱਲੋਂ 400 ਤੋਂ ਵੱਧ ਇਨਵੀਟੇਸ਼ਨ ਜਾਰੀ ਕੀਤੇ ਗਏ। ਮੈਨੀਟੋਬਾ ਵੱਲੋਂ ਇਹ ਨਵਾਂ ਡਰਾਅ ਅਕਤੂਬਰ 21 ਨੂੰ ਕੱਢਿਆ ਗਿਆ, ਜਿਸ ਦੇ ਵਿੱਚ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਜ਼ਰੀਏ 459 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਪ੍ਰੋਵਿੰਸ ਦੇ ਵੱਲੋਂ ਜੋ ਡਰਾਅ ਕੱਢਿਆ ਗਿਆ, ਇਸ ਦੇ ਵਿੱਚ ਸਕਿਲਡ ਵਰਕਰਸ ਇਨ ਮੈਨੀਟੋਬਾ ਕੈਟੇਗਰੀ ਅਧੀਨ 388 ਇਨਵੀਟੇਸ਼ਨ ਜਾਰੀ ਕੀਤੇ ਗਏ, ਜਿਸ ਦੇ ਵਾਸਤੇ ਘੱਟੋ-ਘੱਟ 365 ਸਕੋਰਸ ਦੀ ਜ਼ਰੂਰਤ ਰਹੀ। ਸਕਿਲਡ ਵਰਕਰਸ ਓਵਰਸੀਜ਼ ਦੇ ਵਾਸਤੇ 39 ਇਨਵੀਟੇਸ਼ਨ ਦਿੱਤੇ ਗਏ, ਜਿਸ ਦੇ ਵਾਸਤੇ ਘੱਟੋ-ਘੱਟ 716 ਸਕੋਰਸ ਦੀ ਜ਼ਰੂਰਤ ਸੀ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਦੇ ਅਧੀਨ 37 ਇਨਵੀਟੇਸ਼ਨ ਦਿੱਤੇ ਗਏ, ਇਸ ਵਾਸਤੇ ਕੋਈ ਵੀ ਸਕੋਰ ਰਿਕੁਆਇਰਮੈਂਟ ਨਹੀਂ ਸੀ। ਇਸ ਦੇ ਨਾਲ ਹੀ ਪ੍ਰੋਵਿੰਸ ਦੇ ਵੱਲੋਂ 94 ਇਨਵੀਟੇਸ਼ਨ ਐਕਸਪ੍ਰੈਸ ਐਂਟਰੀ ਸਿਸਟਮ ਦੇ ਅਧੀਨ ਜਾਰੀ ਕੀਤੇ ਗਏ। ਮੈਨੀਟੋਬਾ ਵੱਲੋਂ ਇਸ ਸਾਲ ਦੌਰਾਨ ਹੁਣ ਤੱਕ ਕਈ ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਨੇ। ਪ੍ਰੋਵਿੰਸ ਦੇ ਵੱਲੋਂ ਹੁਣ ਤੱਕ ਜਿਹੜੇ ਡਰਾਅ ਕੱਢੇ ਗਏ, ਉਸ ਦੇ ਤਹਿਤ 9150 ਇਨਵੀਟੇਸ਼ਨ ਦਿੱਤੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ PNP ਡਰਾਅ ਐਲਾਨ ਕੀਤੇ ਜਾ ਰਹੇ ਨੇ। ਇਸੇ ਦੇ ਨਾਲ ਹੀ ਮੈਨੀਟੋਬਾ ਦੇ ਵੱਲੋਂ ਵੀ ਲਗਾਤਾਰ PNP ਡਰਾਅ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਹੁਣ ਤੱਕ ਇਸ ਦੇ ਤਹਿਤ 9000 ਤੋਂ ਵੱਧ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਗਸਤ ਮਹੀਨੇ ਦੌਰਾਨ ਕੈਨੇਡਾ ਦੇ ਵਿੱਚ ਰੀਟੇਲ ਸੇਲ ਕਿਸ ਤਰ੍ਹਾਂ ਰਹੀ। ਜਾਣਕਾਰੀ ਦੇ ਮੁਤਾਬਕ ਰੀਟੇਲ ਸੇਲ ਦੇ ਵਿੱਚ ਵਾਧਾ ਹੋਇਆ ਹੈ। ਕਿਹੜੇ ਖੇਤਰ ਦੇ ਵਿੱਚ ਜ਼ਿਆਦਾ ਵਾਧਾ ਹੋਇਆ, ਇਹ ਵੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਅਗਸਤ ਮਹੀਨੇ ਦੌਰਾਨ ਕੈਨੇਡਾ ਦੇ ਵਿੱਚ ਰੀਟੇਲ ਸੇਲ ਕਿਸ ਤਰ੍ਹਾਂ ਦੀ ਰਹੀ, ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਅਗਸਤ ਮਹੀਨੇ ਰੀਟੇਲ ਸੇਲ 2.1% ਦੇ ਨਾਲ ਵੱਧ ਦਰਜ ਕੀਤੀ ਗਈ ਹੈ, ਜਿਸ ਦਾ ਮਤਲਬ ਹੈ ਕਿ ਅਗਸਤ ਮਹੀਨੇ ਦੌਰਾਨ 57.2 ਬਿਲੀਅਨ ਡਾਲਰ ਦੀ ਰੀਟੇਲ ਸੇਲ ਹੋਈ ਹੈ। ਇਸ ਦਾ ਕਾਰਨ ਬੈਵਰੇਜ ਸਟੋਰ, ਗੈਸੋਲੀਨ ਸਟੇਸ਼ਨ
ਅਤੇ ਕੱਪੜਿਆਂ ਦੇ ਸਟੋਰਾਂ ਦੇ ਵਿੱਚ ਹੋਈ ਵੱਧ ਸੇਲ ਦੱਸਿਆ ਜਾ ਰਿਹਾ ਹੈ। ਫਿਲਹਾਲ ਏਜੰਸੀ ਦੇ ਵੱਲੋਂ ਸਤੰਬਰ ਮਹੀਨੇ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਅਜੇ ਏਜੰਸੀ ਵੱਲੋਂ ਇਸ ਬਾਰੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਅਗਸਤ ਮਹੀਨੇ ਦੌਰਾਨ 11 ਸਬ ਸੈਕਟਰਸ ਦੇ ਵਿੱਚ ਰੀਟੇਲ ਸੇਲ ਵੱਧ ਹੋਈ ਹੈ। ਦੱਸ ਦਈਏ ਕਿ ਫੂਡ ਅਤੇ ਬੈਵਰੇਜ ਸਟੋਰ ਦੇ ਉੱਪਰ 4.8% ਦੇ ਨਾਲ ਸੇਲ ਵੱਧ ਦਰਜ ਕੀਤੀ ਗਈ ਹੈ। ਗ੍ਰੋਸਰੀ ਸਟੋਰ ਦੇ ਉੱਪਰ ਇਹ ਗਿਣਤੀ 4.5% ਦੀ ਦੱਸੀ ਗਈ ਹੈ। ਕਲੋਥਿੰਗ ਅਤੇ ਕਲੋਥਿੰਗ ਅਸੈਸਰੀ ਸਟੋਰ ਦੇ ਵਿੱਚ 3.9% ਅਤੇ ਗੈਸੋਲੀਨ ਸਟੇਸ਼ਨ ਦੇ ਉੱਪਰ ਸੇਲ 3.8% ਨਾਲ ਵੱਧ ਦਰਜ ਕੀਤੀ ਗਈ ਹੈ। ਵੋਲਿਊਮ ਟਰਮਸ ਦੇ ਮੁਤਾਬਕ ਰੀਟੇਲ ਸੇਲ ਅਗਸਤ ਮਹੀਨੇ 1.4% ਦੇ ਨਾਲ ਵੱਧ ਦਰਜ ਕੀਤੀ ਗਈ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਇਹ ਜਾਣਕਾਰੀ ਅਗਸਤ ਮਹੀਨੇ ਦੇ ਬਾਰੇ ਸਾਂਝੀ ਕੀਤੀ ਗਈ ਹੈ। ਫਿਲਹਾਲ ਉਨ੍ਹਾਂ ਵੱਲੋਂ ਸਤੰਬਰ ਮਹੀਨੇ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਣੀ ਬਾਕੀ ਹੈ। ਫਾਈਜ਼ਰ ਵੱਲੋਂ ਬੱਚਿਆਂ ਦੇ ਉੱਪਰ ਜੋ ਕੋਰੋਨਾ ਵੈਕਸੀਨ ਦਾ ਟ੍ਰਾਇਲ ਕਰਵਾਇਆ ਗਿਆ, ਉਸ ਦੇ ਵਿੱਚ ਇਹ ਟੀਕਾ ਬੱਚਿਆਂ ਦੇ ਉੱਪਰ ਸੁਰੱਖਿਅਤ ਪਾਇਆ ਗਿਆ ਹੈ। ਕੰਪਨੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਟੀਕਾ ਬੱਚਿਆਂ ਦੇ ਉੱਪਰ 90% ਤੋਂ ਵੱਧ ਅਸਰਦਾਰ ਪਾਇਆ ਗਿਆ। ਫਾਈਜ਼ਰ ਦੇ ਵੱਲੋਂ 5 ਸਾਲ ਤੋਂ 11 ਸਾਲ ਦੇ ਬੱਚਿਆਂ ਦੇ ਉੱਪਰ ਜੋ ਕਲੀਨਿਕਲ ਟ੍ਰਾਇਲ ਕਰਵਾਇਆ ਗਿਆ, ਉਸ ਦੇ ਵਿੱਚ ਇਹ ਟੀਕਾ ਬੱਚਿਆਂ ਦੇ ਉੱਪਰ ਸੁਰੱਖਿਅਤ ਪਾਇਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਬੱਚਿਆਂ ਦੇ ਉੱਪਰ ਇਹ ਵੈਕਸੀਨ 91% ਇਫੈਕਟਿਵ ਪਾਈ ਗਈ ਹੈ। ਇਸ ਟ੍ਰਾਇਲ ਦੇ ਵਿੱਚ 2000 ਤੋਂ ਵੱਧ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜਿਨ੍ਹਾਂ ਦੇ ਉੱਪਰ 90% ਤੋਂ ਵੱਧ ਇਹ ਟੀਕਾ ਅਸਰਦਾਰ ਪਾਇਆ ਗਿਆ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਬੱਚਿਆਂ ਨੂੰ ਇਹ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਫਾਈਜ਼ਰ ਦੇ ਵੱਲੋਂ ਹੈਲਥ ਕੈਨੇਡਾ ਨੂੰ ਡਾਟਾ ਭੇਜਿਆ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਵੈਕਸੀਨ ਨੂੰ ਬੱਚਿਆਂ ਦੇ ਵਾਸਤੇ ਅਪਰੂਵ ਕੀਤਾ ਜਾਵੇ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜਲਦ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। We have heard that Pfizer has now submitted for regulatory approval at Health Canada a pediatric vaccine for kids 5 to 11. This is great news. I can assure you that Health Canada is going to be examining attentively that submission. And even though I know parents are all going to be eager to get their kids vaccinated as quickly and as soon as possible, I want people to be patient because Health Canada is going to be taking the time necessary to ensure that, like all vaccines approved for use in Canada, vaccines approved for kids 5 to 11 will be fully safe and effective. It is extremely important that they go through all the full processes necessary so that every parent can have confidence when these vaccines do get approved that they will be safe for their children, to keep us all safe, to keep them safe, to keep our communities and schools safe as we move forward. And therefore, what I'm very pleased to be announcing today is that we have worked directly with Pfizer, and shortly after the time comes for Health Canada to approve those vaccines for pediatric use, we will receive millions of doses in Canada, enough to get all kids under between 5 and 11 vaccinated as quickly as possible. We will have the supply necessary to support every kid across the country. ਕੈਨੇਡਾ ਸਰਕਾਰ ਵੱਲੋਂ ਫੈਡਰਲ ਵਰਕਰਸ ਦੇ ਵਾਸਤੇ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਵਰਕਰਸ ਦੇ ਵੱਲੋਂ ਕੋਵਿਡ-19 ਵੈਕਸੀਨ ਨਹੀਂ ਲਗਵਾਈ ਹੋਵੇਗੀ, ਉਹ ਬੈਨੀਫਿਟ ਨਹੀਂ ਲੈ ਸਕਣਗੇ। ਜੀ ਹਾਂ, ਜੋ ਬੈਨੀਫਿਟ ਹੈ ਉਸ ਤੋਂ ਬਾਹਰ ਇਹਨਾਂ ਵਰਕਰਸ ਨੂੰ ਰੱਖਿਆ ਜਾਵੇਗਾ ਜਿਹੜੇ ਅਨਵੈਕਸੀਨੇਟਡ ਹੋਣਗੇ। ਫੈਡਰਲ ਸਰਕਾਰ ਵੱਲੋਂ ਇੰਪਲੋਇਮੈਂਟ ਇੰਸ਼ੋਰੈਂਸ ਬੈਨੀਫਿਟ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਜਿਹੜੇ ਵਰਕਰਸ ਦੀ ਇਸ ਕਰਕੇ ਨੌਕਰੀ ਜਾਵੇਗੀ ਕਿ ਉਹਨਾਂ ਵੱਲੋਂ ਕੋਰੋਨਾ ਵੈਕਸੀਨ ਨਹੀਂ ਲਗਵਾਈ ਗਈ, ਉਹ ਵਰਕਰਸ ਇੰਪਲੋਇਮੈਂਟ ਇੰਸ਼ੋਰੈਂਸ ਬੈਨੀਫਿਟ ਦੇ ਵਾਸਤੇ ਐਲੀਜੀਬਲ ਨਹੀਂ ਹੋਣਗੇ। ਇਸ ਸੰਬੰਧੀ ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਵੱਲੋਂ ਇੰਪਲੋਇਰਸ ਦੇ ਲਈ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਦੇ ਵਿੱਚ ਇੰਪਲੋਇਰਸ ਨੂੰ ਜੋ ਬੈਨੀਫਿਟ ਹਾਸਲ ਕਰਨ ਦੇ ਵਾਸਤੇ ਇੱਕ ਡਾਕੂਮੈਂਟ ਜ਼ਰੂਰੀ ਹੈ ਉਹ ਭਰਨ ਦੇ ਵਾਸਤੇ ਕਿਹਾ ਗਿਆ। ਡਿਪਾਰਟਮੈਂਟ ਦਾ ਕਹਿਣਾ ਹੈ ਕਿ ਜੇਕਰ ਵਰਕਰਸ ਦੇ ਵੱਲੋਂ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੀ ਹੋਵੇਗੀ ਤਾਂ ਇਸ ਨੂੰ ਮੰਨਿਆ ਜਾਵੇਗਾ ਕਿ ਉਹਨਾਂ ਵੱਲੋਂ ਕੁਇਟ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਵੈਕਸੀਨ ਨਾ ਹਾਸਲ ਕਰਨ ਵਾਲੇ ਕਰਮਚਾਰੀ ਬੈਨੀਫਿਟ ਦੇ ਵਾਸਤੇ ਐਲੀਜੀਬਲ ਨਹੀਂ ਹੋਣਗੇ।
ਦੱਸ ਦਈਏ ਕਿ ਕਈ ਪ੍ਰੋਵਿੰਸ਼ੀਅਲ ਗਵਰਨਮੈਂਟਸ ਦੇ ਵੱਲੋਂ ਵੈਕਸੀਨੇਸ਼ਨ ਦੇ ਬਾਰੇ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਹੈਲਥ ਕੇਅਰ ਅਤੇ ਸਕੂਲ ਦੇ ਵਾਸਤੇ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ਤੇ ਹੁਣ ਕੈਨੇਡਾ ਸਰਕਾਰ ਵੱਲੋਂ ਵੀ ਫੈਡਰਲ ਵਰਕਰਸ ਦੇ ਲਈ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਅਜਿਹੇ ਦੇ ਵਿੱਚ ਜਿਹੜੇ ਕਰਮਚਾਰੀ ਕੋਵਿਡ-19 ਵੈਕਸੀਨ ਨਹੀਂ ਲਗਵਾਉਣਗੇ, ਉਹ ਬੈਨੀਫਿਟ ਹਾਸਲ ਕਰਨ ਦੇ ਵਾਸਤੇ ਐਲੀਜੀਬਲ ਨਹੀਂ ਹੋਣਗੇ। ਇਸ ਦੇ ਨਾਲ ਹੀ ਦੱਸ ਦਈਏ ਕਿ ਡਾਕਟਰ ਟੀਮ ਦੇ ਵੱਲੋਂ ਵੈਕਸੀਨੇਸ਼ਨ ਦੇ ਬਾਰੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਨ੍ਹਾਂ ਨੂੰ ਪਹਿਲਾ ਟੀਕਾ ਹਾਸਲ ਕਰਨ ਤੋਂ ਬਾਅਦ ਐਲਰਜੀ ਹੋਈ ਹੈ, ਉਹ ਦੂਸਰਾ ਸ਼ਾਟ ਵੀ ਹਾਸਲ ਕਰ ਸਕਣਗੇ। ਇਹ ਉਹਨਾਂ ਵੱਲੋਂ NACI ਵੱਲੋਂ ਜੋ ਗਾਈਡਲਾਈਨ ਜਾਰੀ ਕੀਤੀ ਗਈ ਹੈ, ਉਸ ਤੋਂ ਬਾਅਦ ਦੱਸਿਆ ਗਿਆ। As part of Canada's ongoing commitment to carefully monitor vaccine safety and effectiveness and to update vaccine advice as evidence evolves, Canada's National Advisory Committee on Immunisation, or NACI, has updated recommendations to provide Canadians with the best possible protection against COVID-19. NACI's review of the latest available evidence supports, with appropriate clinical oversight, that it is possible to safely provide COVID-19 vaccine to people who experience very rare, immediate, severe allergic reactions after receiving a first dose. This means these individuals can receive the additional doses they need to complete their primary COVID-19 vaccine series and be better protected against COVID-19. ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੀ ਹਾਲਾਤ ਨੇ, ਜਾਣਕਾਰੀ ਸਾਂਝੀ ਕਰਾਂਗੇ ਇਸ ਖਬਰ ਦੇ ਵਿੱਚ। ontario ਤੋਂ 24 ਘੰਟਿਆਂ ਦੌਰਾਨ 492 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਨੇ। ਪ੍ਰੋਵਿੰਸ ਦੇ ਵਿੱਚ ਹੁਣ ਤੱਕ 5,96,772 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਜਿਹੜੇ ਮਾਮਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ, ਇਹਨਾਂ ਵਿੱਚ 248 ਅਨਵੈਕਸੀਨੇਟਡ, 21 ਪਾਰਸ਼ਲੀ ਵੈਕਸੀਨੇਟਡ ਅਤੇ 167 ਫੁੱਲੀ ਵੈਕਸੀਨੇਟਡ ਸ਼ਾਮਿਲ ਹਨ। ਟੋਰਾਂਟੋ ਤੋਂ 24 ਘੰਟਿਆਂ ਦੌਰਾਨ 64, ਪੀਲ ਰੀਜਨ ਤੋਂ 59, ਸਡਬਰੀ ਤੋਂ 39, ਓਟਵਾ ਤੋਂ 38, ਯਾਰਕ ਰੀਜਨ ਤੋਂ 33, ਮਿਡਲਐਕਸ ਲੰਡਨ ਤੋਂ 32 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪ੍ਰੋਵਿੰਸ ਦੇ ਵਿੱਚ ਜੋ 24 ਘੰਟੇ ਦੌਰਾਨ ਮੌਤਾਂ ਹੋਈਆਂ, ਉਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ 9,839 ਦੇ ਉੱਪਰ ਪਹੁੰਚ ਗਿਆ। ਇਸ ਸੂਬੇ ਦੇ ਵਿੱਚ ਜ਼ਿਆਦਾਤਰ ਲੋਕਾਂ ਦੇ ਵੱਲੋਂ ਕੋਵਿਡ-19 ਵੈਕਸੀਨ ਲਗਵਾਈ ਜਾ ਚੁੱਕੀ ਹੈ। ਜਾਣਕਾਰੀ ਦੇ ਮੁਤਾਬਕ 83.6% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਡੋਜ਼ ਅਤੇ 87.7% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ 1 ਡੋਜ਼ ਹਾਸਲ ਕੀਤੀ ਜਾ ਚੁੱਕੀ ਹੈ। ਪ੍ਰੋਵਿੰਸ ਦੇ ਵਿੱਚ ਐਕਟਿਵ ਕੇਸਿਸ ਦੀ ਗਿਣਤੀ 3,421 ਹੈ ਤੇ ਰਿਕਵਰਡ ਮਾਮਲਿਆਂ ਦਾ ਅੰਕੜਾ 5,83,512 ਹੈ। ਕਿਊਬਿਕ ਤੋਂ 24 ਘੰਟਿਆਂ ਦੌਰਾਨ 434 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 8 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਹੁਣ ਤੱਕ ਇਸ ਸੂਬੇ ਦੇ ਵਿੱਚ ਕੁੱਲ 4,21,791 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,466 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਜਾਨ ਚਲੀ ਗਈ। ਹਸਪਤਾਲ ਦੇ ਵਿੱਚ 260 ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 68 ਇੰਟੈਂਸਿਵ ਕੇਅਰ ਅਧੀਨ ਹਨ। ਇਸ ਪ੍ਰੋਵਿੰਸ ਦੇ ਵਿੱਚ 90% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 86% ਦੀ ਆਬਾਦੀ ਵੱਲੋਂ ਹੁਣ ਤੱਕ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕੀਤੀਆਂ ਜਾ ਚੁੱਕੀਆਂ ਨੇ। ਕੈਨੇਡਾ ਵਿੱਚ ਹੁਣ ਤੱਕ ਕੁੱਲ 1.6 ਮਿਲੀਅਨ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 28,687 ਮੌਤਾਂ ਇਸ ਵਾਇਰਸ ਦੇ ਕਾਰਨ ਹੋ ਗਈਆਂ। ਐਕਟਿਵ ਕੇਸਿਸ ਦੀ ਗਿਣਤੀ 29,163 ਹੈ, ਜਿਨ੍ਹਾਂ ਵਿੱਚੋਂ 28,398 ਮਾਈਲਡ ਕੰਡੀਸ਼ਨ ਅਤੇ 765 ਸੀਰੀਅਸ ਕੰਡੀਸ਼ਨ ਦੇ ਵਿੱਚ ਦੱਸੇ ਜਾ ਰਹੇ ਨੇ। ਰਿਕਵਰਡ ਕੇਸਿਸ ਦਾ ਅੰਕੜਾ ਕੈਨੇਡਾ ਦੇ ਵਿੱਚ 1.6 ਮਿਲੀਅਨ ਤੋਂ ਵੱਧ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਨੇ ਯਾਤਰਾ ਬਾਰੇ ਲਿਆ ਫੈਸਲਾ, ਚੁੱਪ-ਚਪੀਤੇ ਹਟਾਈ ਟਰੈਵਲ ਐਡਵਾਈਜ਼ਰੀ। ਪ੍ਰਭਜੋਤ ਦੇ ਕਤਲ ਮਾਮਲੇ ਦੀ ਜਾਣਕਾਰੀ, ਇੱਕ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ। ਅਮਨਜੋਤ ਬੈਂਸ ਮਾਮਲੇ ਦੀ ਜਾਣਕਾਰੀ, 2 ਜਾਣਿਆਂ ਨੂੰ ਕੀਤਾ ਗਿਆ ਗ੍ਰਿਫਤਾਰ। ਕੰਜ਼ਰਵੇਟਿਵ ਦੇ ਕਈ ਮੈਂਬਰ ਪਾਰਲੀਮੈਂਟ ਹਨ ਬਿਨਾਂ ਟੀਕੇ ਦੇ, ਸੂਤਰਾਂ ਦੇ ਹਵਾਲੇ ਤੋਂ ਆਈ ਜਾਣਕਾਰੀ। ਪਿਆਜ਼ ਵਾਪਸ ਮੰਗਵਾਉਣ ਦਾ ਹੁਕਮ, ਪਿਆਜ਼ਾਂ ਦੇ ਵਿੱਚ ਮਿਲਿਆ ਬੈਕਟੀਰੀਆ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।